ਉਹਨੇ ਮੇਰੇ ਨਾਲ ਇਦਾਂ ਕਰਤੀ ਤਾਂ ਪੀ ਰਿਹਾ। ਉਹ ਪੀ ਕੇ ਤੂੰ ਹੋਰ ਜ਼ਿਆਦਾ ਸਲਮਾਨ ਖਾਨ ਬਣ ਜਾਣਾ ਤੇ ਕੀ ਬਣ ਜਾਣਾ ਤੂੰ? ਜਰਾ ਸੋਚ ਆਪਣੇ ਆਪ ਨੂੰ। ਬਲਕਿ ਤੈਨੂੰ ਚਾਹੀਦਾ ਹੈ ਕਿ ਅਗਰ ਕੋਈ ਮੈਨੂੰ ਧੋਖਾ ਦੇ ਰਿਹਾ ਹੈ ਤਾਂ ਆਪਣੇ ਆਪ ਨੂੰ ਇੰਨਾ ਬੈਸਟ ਕਰਾਂ ਕਿ ਤੇਰੇ ਵਰਗੇ ਹਜ਼ਾਰਾਂ ਘੁੰਮਦੇ ਆ, ਤੂੰ ਛੱਡ ਕੇ ਜਾ। ਮੈਂ ਇੰਨਾ ਬੈਸਟ ਆ ਕਿ ਹੋਰ ਬਥੇਰੇ ਆ ਜਾਣਗੇ। ਸਮਝ ਆ ਰਹੀ ਹੈ ਕਿ ਨਹੀਂ? ਇਸ ਲਈ ਇੱਕ ਗਾਇਕ ਬਾਰੇ ਉਹਨੇ ਇੰਟਰਵਿਊ ਦਿੱਤੀ ਸੀ। ਉਹ ਕਹਿੰਦਾ ਸੀ ਅਸੀਂ ਇੱਕ ਘਟਨਾ ਪਹਿਲਾਂ ਵੀ ਦੱਸੀ, ਹੁਣ ਵੀ ਦੱਸਣਾ ਚਾਹਾਂਗੇ। ਕਹਿੰਦੇ ਉਹਨੇ ਇੰਟਰਵਿਊ ਦਿੱਤੀ ਕਿ ਮੈਨੂੰ ਕਿਸੇ ਨਾਲ ਪਿਆਰ ਸੀ। ਉਸ ਵੇਲੇ ਹਾਲੇ ਮੈਂ ਜਿੱਦਾਂ ਸਮਝ ਲਓ ਕਿ ਸ਼ੁਰੂ ਵਿੱਚ ਹੀ ਹਾਲੇ ਮਸ਼ਹੂਰ ਨਹੀਂ ਹੋਇਆ ਸੀ। ਤਾਂ ਮੈਂ ਉਹਦੇ ਬਾਪ ਕੋਲ ਰਿਸ਼ਤਾ ਲੈਣ ਗਿਆ ਤਾਂ ਬਾਪ ਨੇ ਕਿਹਾ ਤੂੰ ਤੇਰੀ ਔਕਾਤ ਕੀ ਹੈ ਸਾਡੇ ਸਾਹਮਣੇ, ਤੂੰ ਹੈ ਨਹੀਂ ਕੁਛ ਵੀ, ਜਾ ਤੈਨੂੰ ਆਪਣੀ ਲੜਕੀ ਨਹੀਂ ਦੇਣੀ। ਕਹਿੰਦੇ ਉਹਨਾਂ ਦੇ ਦੋ ਕੰਮ ਸੀ, ਜਾਂ ਤਾਂ ਮੈਂ ਵੀ ਨਸ਼ਾ ਕਰਕੇ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਲੈਂਦਾ, ਪਰ ਫਿਰ ਮੈਂ ਕੀ ਸੋਚਿਆ ਅੱਜ ਮੈਨੂੰ ਕਿਹਾ ਤੇਰੀ ਔਕਾਤ ਕੀ ਹੈ। ਤਾਂ ਕਹਿੰਦਾ ਇੱਕ ਦਿਨ ਮੈਂ ਇੰਨੀ ਮਿਹਨਤ ਕਰਨੀ ਹੈ, ਆਪਣੇ ਆਪ ਨੂੰ ਐਸਾ ਬਣਾ ਕੇ ਦਿਖਾਣਾ ਹੈ ਜਿਹੜਾ ਅੱਜ ਮੈਨੂੰ ਕਹਿ ਰਿਹਾ ਤੇਰੀ ਔਕਾਤ ਕੀ ਹੈ, ਕੱਲ ਨੂੰ ਇਹਨੂੰ ਮੇਰੀ ਔਕਾਤ ਦਾ ਪਤਾ ਲੱਗੇ ਕਿ ਮੈਂ ਕੀ ਹਾਂ, ਕਿੱਥੋਂ ਮੈਂ ਕੀ ਬਣ ਗਿਆ। ਉਹਨੇ ਇੰਨਾ ਅਭਿਆਸ ਕੀਤਾ, ਇੰਨਾ ਮਿਹਨਤ ਕੀਤੀ ਉਹਨੇ, ਪਰ ਕਹਿੰਦੇ ਉਹ ਮਹਾਨ ਮਸ਼ਹੂਰ ਗਾਇਕ ਬਣਿਆ। ਸਮਝਦੇ ਹੋ ਕਿ ਨਹੀਂ? ਔਰ ਜਦੋਂ ਗਾਇਕ ਬਣਿਆ ਫਿਲਮਾਂ 'ਚ ਉਹਦੇ ਸੌਂਗ ਆਉਣ ਲੱਗ ਗਏ, ਉਹਦੀ ਮਸ਼ਹੂਰੀ ਹੋਈ ਤਾਂ ਕਹਿੰਦੇ ਉਹੀ ਬਾਪ ਤਾਂ ਉਹੀ ਲੜਕੀ ਫਿਰ ਉਹਨੂੰ ਮਿਲਣ ਆਏ। ਉਹਨਾਂ ਅੱਖਾਂ 'ਚ ਪਾਣੀ ਸੀ, ਬੇਟਾ ਤੈਨੂੰ ਨਾ ਕਰਕੇ ਅਸੀਂ ਬੜਾ ਪਛਤਾ ਰਹੇ ਹਾਂ। ਕਹਿੰਦਾ ਉਸ ਲਈ ਮੈਨੂੰ ਨਾ ਇਦਾਂ ਲੱਗਾ ਕਿ ਮੇਰੀ ਮਿਹਨਤ ਅੱਜ ਸਫਲ ਹੋ ਗਈ। ਮਜ਼ਾ ਤਾਂ ਇਹਦੇ 'ਚ ਹੈ ਨਾ, ਪਰ ਨਹੀਂ ਨਾ ਸਮਝੀ ਬੰਦੇ ਦੀ। ਉਹਨੇ ਮੈਨੂੰ ਧੋਖਾ ਦੇ ਦਿੱਤਾ ਤਾਂ ਮੈਂ ਆਪਣੇ ਆਪ ਨੂੰ ਖਤਮ ਕਰਨ ਲੱਗਾ। ਤਾਂ ਪੁੱਛਣ ਵਾਲਾ ਹੋਵੇ ਕੋਈ, ਅੱਛਾ ਉਹਨਾਂ ਦਾ ਤੇਰੇ ਨਾਲ ਬੇਵਫਾਈ ਕੀਤੀ ਹੈ ਤਾਂ ਤੂੰ ਆਪਣੇ ਆਪ ਨਾਲ ਕਿੰਨੀ ਕੁ ਵਫਾ ਕਰ ਰਿਹਾ ਹੈ? ਜੇ ਤੂੰ ਆਪਣੇ ਆਪ ਨੂੰ ਨਸ਼ਿਆਂ 'ਚ ਲੈ ਗਿਆ ਤਾਂ ਤੂੰ ਆਪਣੀ ਬਾਡੀ ਨਾਲ, ਆਪਣੀ ਆਤਮਾ ਨਾਲ ਕਿਹੜੀ ਤੂੰ ਵਫਾਦਾਰੀ ਕਰ ਰਿਹਾ ਹੈ? ਉਹਨਾਂ ਤਾਂ ਤੈਨੂੰ ਛੱਡਿਆ। ਉਹ ਪਾਗਲ, ਤੂੰ ਆਪਣੇ ਨਸ਼ੇ ਕਰਕੇ ਆਪਣੀ ਤੰਦਰੁਸਤੀ ਨੂੰ ਛੱਡ ਰਿਹਾ ਹੈ, ਆਪਣੀਆਂ ਖੁਸ਼ੀਆਂ ਨੂੰ ਛੱਡ ਰਿਹਾ ਹੈ। ਤਾਂ ਤੇਰੇ ਤੋਂ ਬੜਾ ਤਾਂ ਬੇਵਫਾ ਕੋਈ ਹੋਰ ਹੋ ਹੀ ਨਹੀਂ ਸਕਦਾ, ਕਿਉਂਕਿ ਸਭ ਤੋਂ ਬੜਾ ਤਾਂ ਤੂੰ ਆਪਣੇ ਆਪ ਨਾਲ ਆਪ ਹੀ ਬੇਵਫਾ ਹੋ ਗਿਆ। ਸਮਝ ਆ ਰਹੀ ਕਿ ਨਹੀਂ? ਜਿੱਦਾਂ ਕਿਹਾ ਜਾਂਦਾ ਨਾ ਕਿ ਇੱਕ ਚੋਰ ਸੀ, ਉਹ ਬੜਾ ਮਸ਼ਹੂਰ ਚੋਰ ਸੀ। ਇੱਕ ਦਿਨ ਚੋਰੀ ਕਰਦੇ ਫੜਿਆ ਗਿਆ, ਉਹਨੂੰ 10 ਸਾਲ ਦੀ ਕੈਦ ਹੋ ਗਈ। ਜਦੋਂ 10 ਸਾਲ ਦੀ ਕੈਦ ਤੋਂ ਬਾਅਦ ਉਹ ਬਾਹਰ ਆਇਆ ਤਾਂ ਅੰਦਰ 10 ਸਾਲਾਂ ਦੀ ਕੈਦ 'ਚ ਉਹਦੇ ਮਨ 'ਚ ਆਇਆ ਕਿ ਮੈਂ ਬਹੁਤ ਪਾਪ ਕੀਤੇ, ਹੁਣ ਮੈਂ ਅੱਛਾ ਬਣਨਾ ਹੈ। ਫਿਰ ਕਹਿੰਦੇ ਬਾਹਰ ਆ ਕੇ ਸਮਾਜ ਸੇਵਕ ਬਣਿਆ। ਵੈਰੀ ਆਰਥਰ ਉਹਦਾ ਨਾਮ ਸੀ। ਬਾਹਰਲੇ ਯੂਰਪ ਦੀ ਗੱਲ ਹੈ ਕਿ ਜਿਸਲੇ ਬਾਹਰ ਆ ਕੇ ਉਹਨੇ ਸਮਾਜ ਸੇਵਾ ਕਰਨੀ ਸ਼ੁਰੂ ਕੀਤੀ। ਔਰ ਸਮਾਜ ਸੇਵਾ ਦਾ ਮਤਲਬ ਦੂਜਿਆਂ ਦਾ ਭਲਾ ਕਰਨਾ ਸ਼ੁਰੂ ਕੀਤਾ, ਦੂਜਿਆਂ ਦੀ ਹੈਲਪ ਕਰਨੀ ਸ਼ੁਰੂ ਕੀਤੀ ਤਾਂ ਲੋਕਾਂ 'ਚ ਬੜਾ ਨਾਮ ਹੋ ਗਿਆ, ਬੜੀ ਇੱਜ਼ਤ ਬਣ ਗਈ। ਤੇ ਇੱਕ ਦਿਨ ਇੱਕ ਪੱਤਰਕਾਰ ਨੇ ਉਹਦੀ ਇੰਟਰਵਿਊ ਲਈ ਕਿ ਮਿਸਟਰ ਵੈਰੀ, ਕਿ ਤੁਸੀਂ ਪਹਿਲਾਂ ਚੋਰ ਸੀ, ਮੈਂ ਜਾਣਨਾ ਚਾਹੁੰਦਾ ਤੁਸੀਂ ਸਭ ਤੋਂ ਵੱਡੀ ਚੋਰੀ ਕਿੱਥੇ ਕੀਤੀ ਸੀ? ਤਾਂ ਵੈਰੀ ਨੇ ਕਿਹਾ, ਕਹਿੰਦਾ ਸਭ ਤੋਂ ਵੱਡੀ ਚੋਰੀ ਮੈਂ ਆਰਥਰ ਵੈਰੀ ਨਾਲ ਕੀਤੀ, ਯਾਨੀ ਆਪਣੇ ਆਪ ਨਾਲ ਹੀ ਕੀਤੀ। ਉਹ ਕਹਿੰਦੇ ਸਮਝੇ ਨਹੀਂ ਅਸੀਂ ਕਿਹੜੀ ਚੋਰੀ? ਉਹ ਕਹਿੰਦਾ ਸਭ ਤੋਂ ਵੱਡੀ ਚੋਰੀ ਮੈਂ ਆਪਣੇ ਆਪ ਨਾਲ ਇਸ ਲਈ ਕੀਤੀ ਕਿ ਮੈਂ ਆਪਣੇ 10 ਸਾਲ ਚੁਰਾ ਲਏ, ਆਪਣੀਆਂ ਖੁਸ਼ੀਆਂ ਚੁਰਾ ਲਈਆਂ। ਜਦੋਂ ਮੈਂ ਚੋਰੀ ਕਰਦਾ ਸੀ ਮੈਨੂੰ ਜੇਲ੍ਹ ਹੋਈ ਤਾਂ ਕਿਸੇ ਹੋਰ ਨੇ ਨਹੀਂ ਕੀਤੀ, ਉਹ ਮੇਰੇ ਕਰਮਾਂ ਨੇ ਮੈਨੂੰ ਕੀਤੀ। ਇਸ ਕਰਕੇ ਮੈਂ ਮੰਨਦਾ ਹਾਂ ਕਿ ਸਭ ਤੋਂ ਬੜਾ ਘਾਟਾ ਮੈਂ ਕਿਸੇ ਦਾ ਧਨ ਚੁਰਾ ਕੇ ਨਹੀਂ, ਮੈਂ ਗਲਤੀਆਂ ਕਰਕੇ ਆਪਣੇ ਆਪ ਨੂੰ ਪਾਇਆ। ਜੋ ਮੈਂ ਅੱਜ ਅੱਛਾਈ ਕਰ ਰਿਹਾ ਹਾਂ, ਕਾਸ਼ ਮੈਂ ਇਹ ਅੱਛਾਈ 20 ਸਾਲ ਪਹਿਲਾਂ ਸ਼ੁਰੂ ਕੀਤੀ ਹੁੰਦੀ ਤਾਂ ਅੱਜ ਮੈਂ ਕਿੰਨਾ ਖੁਸ਼ ਹੋਣਾ ਸੀ। ਜਰਾ ਸੋਚੋ, ਜਦੋਂ ਤੁਸੀਂ ਕਿਸੇ ਨਾਲ ਹੇਰਾਫੇਰੀ ਕਰਕੇ ਜੇਲ੍ਹ 'ਚ ਜਾਂਦੇ ਹੋ ਤਾਂ ਤੁਸੀਂ ਉਹਨੂੰ ਨਹੀਂ ਘਾਟਾ ਦੇ ਰਹੇ ਹੋ, ਘਾਟਾ ਤੁਸੀਂ ਆਪਣੇ ਆਪ ਨੂੰ ਪਾ ਰਹੇ ਹੋ। ਕਿ ਜਿੰਨੇ ਸਾਲ ਤੁਹਾਡੇ ਜੇਲ੍ਹ 'ਚ ਗੁਜ਼ਰਨੇ ਆ ਉਹ ਘਾਟਾ ਪਾਇਆ ਤੁਸੀਂ ਆਪਣੇ ਆਪ ਨੂੰ। ਉਹਨਾਂ ਸਾਲਾਂ 'ਚ ਤੁਸੀਂ ਬਹੁਤ ਖੁਸ਼ੀਆਂ ਪਰਿਵਾਰ ਦੇ ਨਾਲ ਬੈਠ ਉੱਠ ਸਕਦੇ ਸੀ, ਜੀਵਨ 'ਚ ਕਾਮਯਾਬ ਸਫਲ ਹੋ ਸਕਦੇ ਸੀ, ਤੰਦਰੁਸਤੀ ਵਾਸਤੇ ਕੁਝ ਕਰ ਸਕਦੇ ਸੀ, ਸਮਾਜ ਦੇ ਭਲੇ ਵਾਸਤੇ ਕੁਝ ਕਰ ਸਕਦੇ ਸੀ, ਬਹੁਤ ਕੁਝ ਤੁਸੀਂ ਲੋਕਾਂ ਦਾ ਕਰ ਸਕਦੇ ਸੀ। ਪਰ ਉਹ ਤੁਸੀਂ ਹੁਣ ਜੇਲ੍ਹ ਦੇ ਇੱਕ ਕਮਰੇ 'ਚ ਬੰਦ ਹੋ ਕੇ 3 ਸਾਲ 10 ਸਾਲ 20 ਸਾਲ ਗੁਜ਼ਾਰ ਰਹੇ ਹੋ, ਤਾਂ ਘਾਟਾ ਕਿਹਨੂੰ ਪਿਆ? ਤਾਂ ਹੀ ਕਿਹਾ ਹਰ ਚੀਜ਼ ਦੀ ਕੀਮਤ ਚੁਕਾਣੀ ਪੈਂਦੀ ਹੈ, ਦੇਣੀ ਪੈਂਦੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਕੋਈ ਇੱਦਾਂ ਦਾ ਕਰਮ ਨਾ ਕਰੀਏ ਜਿਹਦੇ ਨਾਲ ਕੱਲ ਨੂੰ ਸਾਨੂੰ ਲੱਗੇ ਕਿ ਮੈਨੂੰ ਘਾਟਾ ਪੈ ਰਿਹਾ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਯਾਦ ਰੱਖਣਾ ਕਿ ਫਿਰ ਇੱਕ ਵਾਰ ਕਵਾਂਗੇ ਕਿ ਨਸ਼ਾ ਕਰਨ ਵਾਲਾ ਜੇ ਸੋਚਦਾ ਹੈ ਮੈਂ ਤਾਂ ਨਸ਼ੇ ਕਰ ਰਿਹਾ, ਮੈਨੂੰ ਟੈਨਸ਼ਨ ਬਹੁਤ ਹੈ, ਤਾਂ ਨਸ਼ਾ ਕਰਨ ਨਾਲ ਟੈਨਸ਼ਨਾਂ ਨਹੀਂ ਦੂਰ ਹੁੰਦੀਆਂ। ਟੈਨਸ਼ਨਾਂ ਤਾਂ ਹੋਸ਼ ਵਿੱਚ ਆ ਕੇ ਹੀ ਦੂਰ ਹੁੰਦੀਆਂ ਹੈ। ਟੈਨਸ਼ਨਾਂ ਤਾਂ ਮਾਲਕ ਦੇ ਨਾਮ ਨਾਲ ਜੁੜ ਕੇ ਹੀ ਦੂਰ ਹੁੰਦੀਆਂ ਹੈ। ਟੈਨਸ਼ਨਾਂ ਪਰੇਸ਼ਾਨੀਆਂ ਤਾਂ ਉਹਦੀ ਰਹਿਮਤ ਨਾਲ ਹੀ ਦੂਰ ਹੁੰਦੀਆਂ ਹੈ। ਤਾਂ ਜੇ ਬੰਦਾ ਸੋਚੇ ਇਦਾਂ, ਤਾਂ ਜੇ ਇੱਦਾਂ ਹੀ ਟੈਨਸ਼ਨਾਂ ਦੂਰ ਹੁੰਦੀਆਂ ਹੋਣ ਤਾਂ ਜਰਾ ਹੁਣ ਸੋਚੋ, ਤਾਂ ਫਿਰ ਤਾਂ ਸਾਰੀ ਦੁਨੀਆ ਪੀ ਕੇ ਡਿੱਗੀ ਹੋਵੇ। ਸਮਝਦੇ ਹੋ ਕਿ ਨਹੀਂ? ਇਸ ਕਰਕੇ ਫਿਰ ਕਹਾਂਗੇ ਕਿ ਅਗਰ ਜੀਵਨ 'ਚ ਕੋਈ ਪਰੇਸ਼ਾਨੀ ਹੈ ਤਾਂ ਉਹਦੇ ਵਾਸਤੇ ਸਾਨੂੰ ਧਿਆਨ ਦੀ ਜ਼ਰੂਰਤ ਹੈ, ਮੈਡੀਟੇਸ਼ਨ ਦੀ ਜ਼ਰੂਰਤ ਹੈ, ਉਹਦੀਆਂ ਰਹਿਮਤਾਂ ਦੀ ਜ਼ਰੂਰਤ ਹੈ ਜੋ ਸਾਨੂੰ ਹਰ ਪਰੇਸ਼ਾਨੀ 'ਚੋਂ
ਕੱਢਣ ਦੀ ਸ਼ਕਤੀ ਰੱਖਦਾ ਹੈ ਉਹ ਦਾਤਾ। ਇਹ ਮੈਡੀਟੇਸ਼ਨ, ਇਹ ਧਿਆਨ ਸਾਨੂੰ ਉਹਦੇ ਨਾਲ ਜੋੜਦਾ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਨਸ਼ੇ ਤੋਂ ਬਚਾਓ ਆਪਣੇ ਆਪ ਨੂੰ। ਔਰ ਜਿਸ ਤਰ੍ਹਾਂ ਪੁੱਛ ਰਹੇ ਸੀ ਕਿ ਆਪਣੇ ਜੀਵਨ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ? ਚਾਹੁੰਦੇ ਹੋ? ਕਿਉਂਕਿ ਚੀਜ਼ਾਂ ਨੂੰ ਤਾਂ ਬਿਹਤਰ ਕਰਨਾ ਚਾਹੁੰਦੇ ਹਾਂ, ਕਿ ਆਪਣੇ ਜੀਵਨ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਾਂ ਅਸੀਂ। ਕਿਹੜਾ ਕਿਹੜਾ ਜੀਵ ਚਾਹੁੰਦਾ ਹੈ? ਚਾਹੁੰਦੇ ਹੋ? ਚਲੋ ਸਾਰੇ ਹੀ ਚਾਹੁੰਦੇ ਹੋ। ਤਾਂ ਹੁਣ ਇੱਕ ਦੱਸੋ, ਜੇ ਚਾਹੁੰਦੇ ਹੋ ਤਾਂ ਕੀ ਕੀਮਤ ਦੇਣ ਨੂੰ ਤਿਆਰ ਹੋ? ਸਮਝਦੇ ਹੋ ਕਿ ਨਹੀਂ? ਕਿਉਂਕਿ ਜੇ ਆਪਾਂ ਚਾਹੁੰਦੇ ਹਾਂ ਆਪਣੇ ਜੀਵਨ ਨੂੰ, ਜੋ ਮੈਂ ਇਸ ਵੇਲੇ ਆ ਇਹਨੂੰ ਇਸ ਤੋਂ ਬਿਹਤਰ ਬਣਾਵਾਂ, ਤਾਂ ਫਿਰ ਕੀ ਮੈਂ ਕੀਮਤ ਦੇਣ ਨੂੰ ਤਿਆਰ ਹਾਂ? ਕਿਉਂਕਿ ਜਿਹੜੀ ਚੀਜ਼ ਦੀ ਕੀਮਤ ਚੁਕਾਉਣ ਨੂੰ ਅਸੀਂ ਤਿਆਰ ਹੁੰਦੇ ਹਾਂ, ਫਿਰ ਉਹੀ ਚੀਜ਼ ਸਾਨੂੰ ਮਿਲਦੀ ਹੈ। ਹੁਣ ਜ਼ਰਾ ਸੋਚਣਾ, ਸਮਝਣਾ। ਜੇ ਹੁਣ ਕਹੀਏ ਕਿ ਬਿਹਤਰ ਸਿਹਤ ਮੈਂ ਚਾਹੁੰਦਾ ਹਾਂ, ਤਾਂ ਉਹਦੀ ਕੀਮਤ ਮੈਂ ਚੁਕਾਉਣ ਨੂੰ ਤਿਆਰ ਹਾਂ। ਉਹਦੇ ਵਾਸਤੇ ਮੈਨੂੰ ਕੀ ਕਰਨਾ ਪਏਗਾ? ਉਹਦੀ ਕੀਮਤ ਕੀ ਚੁਕਾਉਣੀ ਪਏਗੀ? ਕਿ ਮੈਨੂੰ ਬੁਰੀਆਂ ਚੀਜ਼ਾਂ ਦਾ ਤਿਆਗ ਕਰਨਾ ਪਏਗਾ, ਨਸ਼ਿਆਂ ਦਾ ਤਿਆਗ ਕਰਨਾ ਪਏਗਾ, ਜ਼ਿਆਦਾ ਸੌਣ ਦਾ ਤਿਆਗ ਕਰਨਾ ਪਏਗਾ, ਔਰ ਐਕਸਰਸਾਈਜ਼ ਸ਼ੁਰੂ ਕਰਨੀ ਪਏਗੀ। ਕੀਮਤ ਹੈ। ਅੱਛੀ ਸੋਚ ਆਪਣੇ ਅੰਦਰ ਲਿਆਣੀ ਪਏਗੀ, ਪੋਜ਼ਿਟਿਵਿਟੀ ਆਪਣੇ ਅੰਦਰ ਲਿਆਣੀ ਪਏਗੀ, ਨੈਗੇਟਿਵਿਟੀ ਨੂੰ ਤਿਆਗਣਾ ਪਏਗਾ। ਕਿਉਂਕਿ ਜੇ ਮੈਂ ਜੀਵਨ 'ਚ ਬਿਹਤਰ ਹੋਣਾ ਚਾਹੁੰਦਾ ਹਾਂ, ਤਾਂ ਜਿੱਦਾਂ ਦੱਸਿਆ ਕਿ ਬਿਹਤਰ ਉਦੋਂ ਇਨਸਾਨ ਹੋ ਸਕਦਾ ਜਦੋਂ ਉਹ ਕੀਮਤ ਚੁਕਾਉਣ ਨੂੰ ਤਿਆਰ ਹੈ। ਤਾਂ ਜੋ ਅਸੀਂ ਅੱਜ ਕਰ ਰਹੇ ਹਾਂ, ਅਗਰ ਅਸੀਂ ਉਹੀ ਅੱਗੇ ਵੀ ਕਰਦੇ ਰਹੇ, ਤਾਂ ਫਿਰ ਅਸੀਂ ਜਿੱਦਾਂ ਦੇ ਅੱਜ ਆ ਕੱਲ ਨੂੰ ਵੀ ਉਦਾਂ ਦੇ ਰਹਿ ਜਾਵਾਂਗੇ। ਜੇ ਅਸੀਂ ਜੀਵਨ 'ਚ ਸ਼ਾਂਤੀ ਚਾਹੁੰਦੇ ਹਾਂ, ਤਾਂ ਉਹਦੇ ਵਾਸਤੇ ਮੈਡੀਟੇਸ਼ਨ ਕਰਨਾ ਪਏਗਾ। ਜਦੋਂ ਮੈਡੀਟੇਸ਼ਨ ਤੇ ਬਹਿੰਦੇ ਹਾਂ, ਉਹ ਧਿਆਨ ਨੂੰ ਟਾਈਮ ਦਿੰਦੇ ਤੇ ਇੱਕ ਕੀਮਤ ਚੁਕਾ ਰਹੇ ਹਾਂ ਅਸੀਂ ਆਪਣੇ ਆਪ ਨੂੰ ਖੁਸ਼ੀਆਂ ਦੇਣ ਲਈ, ਆਪਣੇ ਆਪ ਨੂੰ ਸ਼ਾਂਤ ਕਰਨ ਲਈ। ਅੱਜ ਜੇ ਮਾਲਕ ਦੇ ਘਰ 'ਚ ਤੁਸੀਂ ਆਏ ਹੋ, ਸਮਾਂ ਕੱਢ ਕੇ ਆਏ ਹੋ, ਕਿਰਾਇਆ ਲਾ ਕੇ ਆਏ ਹੋ, ਤਾਂ ਸਮਝ ਲਓ ਇੱਕ ਕੀਮਤ ਦਿੱਤੀ ਹੈ ਤੁਸੀਂ ਆਨੰਦ ਨੂੰ ਹਾਸਲ ਕਰਨ ਵਾਸਤੇ, ਇਹ ਮਾਲਕ ਦੀਆਂ ਰਹਿਮਤਾਂ ਨੂੰ ਹਾਸਲ ਕਰਨ ਵਾਸਤੇ। ਜਦੋਂ ਇਨਸਾਨ ਨਿਆਜ਼ ਦਿੰਦਾ ਹੈ ਜਾਂ ਇਨਸਾਨ ਸ਼ਰਧਾ ਦੇ ਨਾਲ, ਵਿਸ਼ਵਾਸ ਨਾਲ ਮਾਲਕ ਦੇ ਨਾਮ ਦੀ ਕੋਈ ਸੇਵਾ ਕਰਦਾ ਹੈ, ਤਾਂ ਸਮਝ ਲਓ ਕੀਮਤ ਦੇ ਰਿਹਾ ਹੈ ਆਪਣੇ ਜੀਵਨ ਨੂੰ ਆਨੰਦ ਨਾਲ, ਰਹਿਮਤਾਂ ਨਾਲ ਭਰਨ ਵਾਸਤੇ। ਸਮਝਦੇ ਹੋ ਕਿ ਨਹੀਂ? ਹੁਣ ਤਾਂ ਸੋਚਣ ਵਾਲੀ ਗੱਲ ਹੈ। ਔਰ ਕਈ ਵਾਰ ਕੀ ਹੁੰਦਾ ਹੈ ਕਿ ਕੀਮਤ ਬੜੀ ਛੋਟੀ ਹੁੰਦੀ ਹੈ, ਪਰ ਉਹਦੇ ਨਾਲ ਫਲ, ਰਹਿਮਤ ਜੋ ਮਿਲਦਾ ਹੈ ਨਾ, ਉਹ ਬਹੁਤ ਬੜਾ ਹੁੰਦਾ ਹੈ। ਹੁਣ ਫਰਜ਼ ਕਰੋ ਤੁਸੀਂ ਅੱਧਾ ਘੰਟਾ ਸਵੇਰੇ ਉੱਠ ਕੇ ਧਿਆਨ ਕਰਦੇ ਹੋ, ਜਾਂ ਅੱਧਾ ਘੰਟਾ ਤੁਸੀਂ ਐਕਸਰਸਾਈਜ਼ ਕਰਦੇ ਹੋ, ਦੇ ਤਾਂ ਅੱਧਾ ਘੰਟਾ ਰਹੇ ਹੋ, ਪਰ ਇਹ ਅੱਧਾ ਘੰਟਾ ਦੇਣ ਨਾਲ ਜੇ ਤੁਹਾਡੀ ਉਮਰ 100 ਸਾਲ ਹੈ, 90 ਸਾਲ ਹੈ, 80 ਸਾਲ ਹੈ, ਤਾਂ ਸਾਰਾ ਸਾਲ, ਇਹ ਸਾਰੇ 80 ਸਾਲ ਤੁਹਾਡੇ ਖੁਸ਼ੀ ਨਾਲ, ਤੰਦਰੁਸਤੀ ਨਾਲ ਗੁਜ਼ਰਨੇ। ਯਾਨੀ ਦਿੱਤਾ ਅੱਧਾ ਘੰਟਾ ਤਾਂ ਪਾਇਆ, ਉਹਦੇ ਬਦਲੇ ਆਪਣੇ ਪੂਰੇ ਜੀਵਨ ਨੂੰ ਸ਼ਾਂਤੀ ਨਾਲ ਭਰਪੂਰ, ਆਨੰਦ ਨਾਲ ਭਰਪੂਰ, ਹੈਲਥ ਨਾਲ ਭਰਪੂਰ, ਤੰਦਰੁਸਤੀ ਨਾਲ ਭਰਪੂਰ। ਤਾਂ ਜੇ ਅਸੀਂ ਕੀਮਤ ਦੇਣ ਨੂੰ ਤਿਆਰ ਨਹੀਂ ਹੈ, ਔਰ ਅਸੀਂ ਲੇਟ ਉੱਠਦੇ ਹਾਂ, ਤਾਂ ਫਿਰ ਅਸੀਂ ਕੀਮਤ ਕੀ ਦੇ ਰਹੇ ਹਾਂ? ਲੇਟ ਉੱਠਦੇ ਹਾਂ, ਸਿਮਰਨ ਨਹੀਂ ਕਰਦੇ, ਤਾਂ ਅਸੀਂ ਕੀਮਤ ਦੇ ਰਹੇ ਹਾਂ। ਕਿਹੜੀ ਕੀਮਤ? ਕਿ ਆਪਣੇ ਜੀਵਨ ਨੂੰ ਤਕਲੀਫਾਂ ਨਾਲ ਭਰ ਰਹੇ ਹਾਂ, ਦੁੱਖਾਂ ਨਾਲ ਭਰ ਰਹੇ ਹਾਂ। ਉਹ ਜੋ ਖੁਸ਼ੀ ਮਿਲ ਸਕਦੀ ਹੈ ਉਹ ਛੱਡ ਰਹੇ ਹਾਂ ਅਸੀਂ। ਉਹ ਵੀ ਤਾਂ ਕੀਮਤ ਹੀ ਹੈ ਨਾ। ਸਮਝ ਰਹੇ ਹੋ ਕਿ ਨਹੀਂ? ਹੁਣ ਜਿੱਦਾਂ ਸਮਝ ਲਓ ਇੱਕ ਬੰਦਾ ਕਹਿੰਦਾ ਹੈ ਕਿ ਮੇਰੇ ਸਾਹਮਣੇ ਉਹ ਚੀਜ਼ਾਂ ਹੈ ਜੋ ਖਾਣ ਨੂੰ ਮੇਰੇ ਵਾਸਤੇ ਨੁਕਸਾਨਦਾਇਕ ਹੈ, ਪਰ ਦੇਖਣ ਨੂੰ ਬੜੀਆਂ ਸੋਹਣੀਆਂ ਹੈ, ਜੀਭ ਵਾਸਤੇ ਬੜੀਆਂ ਟੇਸਟੀ ਹੈ। ਹੁਣ ਇੱਥੇ ਦੋ ਚੀਜ਼ਾਂ ਹੋ ਸਕਦੀਆਂ। ਜੇ ਮੈਂ ਉਹਨੂੰ ਖਾਂਦਾ ਹਾਂ ਤਾਂ ਮੈਂ ਆਪਣੀ ਤੰਦਰੁਸਤੀ ਦੀ ਕੀਮਤ ਦੇ ਰਿਹਾ, ਤਾਂ ਜੇ ਮੈਂ ਉਹਨੂੰ ਤਿਆਗਦਾ ਹਾਂ ਤਾਂ ਛੱਡ ਜ਼ਰੂਰ ਦੇ ਰਿਹਾ ਹੈ, ਉਹ ਤਿਆਗ ਮੈਂ ਰਿਹਾ ਹਾਂ, ਇੱਕ ਕੀਮਤ ਦੇ ਰਿਹਾ, ਪਰ ਪਾ ਮੈਂ ਉਹਦੇ ਬਦਲੇ ਆਪਣੀ ਹੈਲਥ ਨੂੰ ਰਿਹਾ, ਆਪਣੀ ਸਿਹਤ ਨੂੰ ਰਿਹਾ। ਇਸ ਲਈ ਜੇ ਤੁਸੀਂ ਆਪਣੇ ਜੀਵਨ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ, ਤਾਂ ਦੇਖੋ ਕਿ ਮੈਂ ਜਿਹੜੀ ਚੀਜ਼ ਨੂੰ ਪਾਣਾ ਚਾਹੁੰਦਾ, ਕੀ ਮੈਂ ਉਹਦੀ ਕੀਮਤ ਦੇ ਰਿਹਾ ਕਿ ਨਹੀਂ। ਅਗਰ ਮੈਂ ਅੱਛੀ ਸਿਹਤ ਚਾਹੁੰਦਾ ਹਾਂ, ਤਾਂ ਕੀਮਤ ਮੈਨੂੰ ਉਹਦੇ ਬਦਲੇ ਦੇਣੀ ਪੈਣੀ ਹੈ, ਮਿਹਨਤ ਕਰਨੀ ਪੈਣੀ ਹੈ, ਥੋੜਾ ਟਾਈਮ ਕੱਢਣਾ ਪੈਣਾ ਹੈ। ਜੇ ਮੈਂ ਰਹਿਮਤ ਚਾਹੁੰਦਾ ਹਾਂ, ਤਾਂ ਉਹਦੇ ਬਦਲੇ ਮੈਨੂੰ ਕੀਮਤ ਦੇਣੀ ਪੈਣੀ ਹੈ। ਜੇ ਮੈਂ ਸ਼ਾਂਤੀ ਚਾਹੁੰਦਾ ਹਾਂ, ਜੀਵਨ 'ਚ ਕਾਮਯਾਬੀ ਚਾਹੁੰਦਾ, ਤਾਂ ਉਹਦੇ ਬਦਲੇ ਕੀਮਤ ਮੈਨੂੰ ਦੇਣੀ ਪੈਣੀ ਹੈ। ਕਿਉਂਕਿ ਇੱਕ ਬੰਦਾ 4 ਘੰਟੇ ਕੰਮ ਕਰਦਾ ਹੈ, ਉਹ 4 ਘੰਟੇ ਦਿੰਦਾ ਹੈ ਤਾਂ ਉਹਨੂੰ ਉਨਾ ਕੁ ਮਿਲਣਾ, ਤੇ ਇੱਕ ਬੰਦਾ 8 ਘੰਟੇ ਕੰਮ ਕਰਦਾ ਹੈ, ਉਹ 4 ਘੰਟੇ ਜ਼ਿਆਦਾ ਕੀਮਤ ਦੇ ਰਿਹਾ, ਤਾਂ ਉਹਨੂੰ ਜ਼ਿਆਦਾ ਮਿਲਣਾ ਹੈ। ਕਿਉਂਕਿ ਜਿੰਨੀ ਅਸੀਂ ਕੀਮਤ ਚੁਕਾਉਣ ਨੂੰ ਤਿਆਰ ਹਾਂ, ਉਨਾ ਹੀ ਬੜਾ ਫਲ ਵੀ ਸਾਨੂੰ ਮਿਲਦਾ ਹੈ। ਇਸ ਲਈ ਬਿਨਾਂ ਕੀਮਤ ਦਿੱਤਿਆਂ ਸਾਨੂੰ, ਤਾਂ ਹੀ ਤਾਂ ਦੱਸਿਆ ਭੀਖ ਵੀ ਮੁਫਤ 'ਚ ਨਹੀਂ ਮਿਲਦੀ। ਕੋਈ ਵੀ ਚੀਜ਼ ਤੁਸੀਂ ਦੇਖੋਗੇ ਤਾਂ ਮੁਫਤ 'ਚ ਨਹੀਂ ਮਿਲਦੀ, ਉਹਦੇ ਬਦਲੇ ਕੁਛ ਨਾ ਕੁਛ, ਚਾਹੇ ਇੱਜ਼ਤ ਦੇਣੀ ਪੈਂਦੀ ਹੈ, ਚਾਹੇ ਸਕੂਨ ਦੇਣਾ ਪੈਂਦਾ, ਚਾਹੇ ਸ਼ਾਂਤੀ ਦੇਣੀ ਪੈਂਦੀ ਹੈ। ਜੇ ਕਹਿੰਦੇ ਨਾ ਬੰਦਾ ਝੂਠ ਬੋਲਦਾ ਹੈ, ਤਾਂ ਮਹਾਤਮਾ ਬੁੱਧ ਨੇ ਬੜੀ ਪਿਆਰੀ ਗੱਲ ਕਹੀ ਹੈ ਕਿ सच बोलने से आत्मविश्वास और शक्ति बढ़ जाती है। महात्मा बुद्ध कहते कि सच बोलण नाल ही, सिर्फ सच बोलण नाल ही इंसान का आत्मविश्वास भी बढ़ता है तो इंसान की शक्ति भी बढ़ जाती है। तो झूठ बोलण नाल आत्मविश्वास भी डाउन होंदा तो इंसान शरीरिक तौर पर भी डाउन होंदा चला जाता, क्योंकि झूठा बंदा उहदे अंदर डर होंदा है। समझदे हो कि नहीं?
ਤੁਸੀਂ ਦੇਖੋਗੇ ਜਿਹੜਾ ਝੂਠਾ ਹੋਏਗਾ ਨਾ, ਉਹਦਾ ਆਤਮ ਵਿਸ਼ਵਾਸ ਬਿਲਕੁਲ ਲੋ ਲੈਵਲ ਤੇ ਹੋਏਗਾ। ਉਹ ਅੱਖ ਨਾਲ ਅੱਖ ਮਿਲਾ ਕੇ ਗੱਲ ਨਹੀਂ ਕਰ ਪਾਏਗਾ, ਉਹਦੇ ਹੱਥ ਪੈਰ ਉੱਤੇ ਹੀ ਕੰਬਣਗੇ, ਡਰ ਹੋਏਗਾ ਕਿਤੇ ਮੈਂ ਪਕੜਿਆ ਨਾ ਜਾਵਾਂ। ਸਮਝਦੇ ਹੋ ਕਿ ਨਹੀਂ? ਔਰ ਜਿਹੜਾ ਬੰਦਾ ਸੱਚਾ ਹੋਏਗਾ ਉਹ ਪੂਰੇ ਕੌਨਫੀਡੈਂਸ ਨਾਲ ਨਜ਼ਰ ਮਿਲਾ ਕੇ ਗੱਲ ਕਰੇਗਾ, ਉਹਦਾ ਆਤਮ ਵਿਸ਼ਵਾਸ ਵੱਧ ਜਾਂਦਾ ਹੈ, ਔਰ ਉਹਦੀ ਸ਼ਕਤੀ ਵੀ ਜੋ ਫਿਜ਼ੀਕਲੀ ਪਾਵਰ ਹੁੰਦੀ ਹੈ ਉਹ ਵੀ ਵੱਧ ਜਾਂਦੀ ਹੈ। ਕਿਉਂਕਿ ਸੱਚਾਈ ਦੀ ਬੜੀ ਸ਼ਕਤੀ ਹੈ, ਸੱਚ ਦੀ ਬੜੀ ਤਾਕਤ ਹੈ। ਸੱਚ ਦੀ ਤਾਕਤ ਕਿਉਂ ਬੜੀ ਹੈ? ਕਿਉਂਕਿ ਪਰਮਾਤਮਾ ਵੀ ਤਾਂ ਸੱਚ ਹੀ ਹੈ ਨਾ, ਆਦ ਸੱਚ ਜੁਗਾਦ ਸੱਚ। ਹੁਣ ਜਦੋਂ ਅਸੀਂ ਸੱਚ ਨਾਲ ਜੁੜਦੇ ਹਾਂ ਤਾਂ ਇਹ ਅਸੀਂ ਸੱਚ ਨਾਲ ਨਹੀਂ, ਆਪਣੇ ਰੱਬ ਨਾਲ ਜੁੜਦੇ ਹਾਂ, ਔਰ ਰੱਬ ਦੀ ਤਾਕਤ ਸਭ ਤੋਂ ਬੜੀ ਤਾਕਤ ਹੈ। ਤਾਂ ਜਿੰਨਾ ਅਸੀਂ ਕਿਸੇ ਵੀ ਮਾਮਲੇ ਝੂਠ ਬੋਲਦੇ ਚਲੇ ਜਾਂਦੇ, ਉਨਾ ਹੀ ਆਪਣੇ ਰੱਬ ਤੋਂ ਵੀ, ਔਰ ਜਦੋਂ ਰੱਬ ਤੋਂ ਹੀ ਦੂਰ ਹੋ ਗਏ, ਆਤਮ ਵਿਸ਼ਵਾਸ ਲਓ, ਸ਼ਕਤੀ ਲਓ, ਫਿਰ ਤਾਂ ਤੁਸੀਂ ਦੇਖੋਗੇ ਆਪੇ ਕਿ ਝੂਠਾ ਬੰਦਾ ਜੀਵਨ 'ਚ ਕਦੀ ਕਾਮਯਾਬ ਨਹੀਂ ਹੁੰਦਾ। ਝੂਠ ਬੋਲ ਕੇ ਅਸੀਂ ਚੀਜ਼ਾਂ ਨੂੰ ਤਾਂ ਜ਼ਰੂਰ ਥੋੜੀਆਂ ਬਹੁਤੀਆਂ ਨੂੰ ਹਾਸਲ ਕਰ ਲੈਂਦੇ, ਪਰ ਉਹ ਵੀ ਕੋਈ ਬੜੀਆਂ ਚੀਜ਼ਾਂ ਨਹੀਂ ਮਿਲਦੀਆਂ ਸਾਨੂੰ। ਛੋਟੀ ਛੋਟੀਆਂ ਚੀਜ਼ਾਂ ਨੂੰ ਜ਼ਰੂਰ ਹਾਸਲ ਕਰ ਲੈਂਦੇ ਆ, ਪਰ ਉਹ ਝੂਠ ਬੋਲਣ ਨਾਲ ਚੀਜ਼ਾਂ ਜੋ ਮਿਲਦੀਆਂ ਨਾ, ਹੁਣ ਉਹ ਚੀਜ਼ਾਂ ਦੀ ਖਾਤਰ ਜੋ ਅਸੀਂ ਆਪਣਾ ਸੈਲਫ ਕੌਨਫੀਡੈਂਸ ਲੋ ਕਰ ਲੈਂਦੇ ਆ, ਆਪਣੇ ਸਰੀਰਿਕ ਬਲ ਨੂੰ ਘਟਾ ਲੈਂਦੇ ਆ, ਉਹ ਬਹੁਤ ਬੜਾ ਘਾਟਾ ਪੈ ਰਿਹਾ ਸਾਨੂੰ। ਇਸ ਲਈ ਜਿਹੜਾ ਸਮਝਦਾਰ ਬੰਦਾ ਹੁੰਦਾ ਹੈ ਉਹ ਕਹਿੰਦੇ ਸੱਚ ਬਰਾਬਰ ਤਪ ਨਹੀਂ, ਸੱਚ ਵਰਗਾ ਕੋਈ ਤਪ ਨਹੀਂ, ਤਾਂ ਝੂਠ ਬਰਾਬਰ ਪਾਪ। ਜਾ ਕੇ ਹਿਰਦੇ ਸੱਚ ਹੈ ਤਾਂ ਕਿ ਹਿਰਦੇ ਆਪ, ਕਿ ਜਿੱਥੇ ਸੱਚਾਈ ਹੈ ਉੱਥੇ ਪ੍ਰਮਾਤਮਾ ਹੈ, ਔਰ ਜਿੱਥੇ ਪ੍ਰਮਾਤਮਾ ਹੋਵੇ ਉੱਥੇ ਸ਼ਕਤੀ ਹੈ, ਤਾਕਤ ਹੈ, ਪਾਵਰ ਹੈ। ਇਸ ਲਈ ਇਹ ਵੀ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਕਿ ਜੇ ਚਾਹੁੰਦੇ ਆ ਕਿ ਸਾਡਾ ਕੌਨਫੀਡੈਂਸ ਵਧੇ, ਤਾਂ ਯਾਦ ਰੱਖੋ ਜਿੰਨੇ ਤੁਸੀਂ ਸੱਚੇ ਹੋਵੋਗੇ ਨਾ, ਤੁਸੀਂ ਸੱਚੇ ਹੋ ਨਾ, ਤਾਂ 1000 ਬੰਦੇ ਵਿੱਚ ਵੀ ਤੁਸੀਂ ਗੱਲ ਕਰ ਲਓਗੇ, ਕਿਉਂਕਿ ਤੁਹਾਨੂੰ ਪਤਾ ਮੈਂ ਸੱਚਾ ਹੈ। ਤਾਂ ਤੁਸੀਂ ਝੂਠੇ ਹੋ ਤਾਂ ਇੱਕ ਦੇ ਸਾਹਮਣੇ ਗੱਲ ਕਰ ਲਿਆ ਵੀ ਜਵਾਨ ਕੰਬਣੀ ਹੈ, ਇਦਾਂ ਦਿਲ ਹੋਣਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਤਾਂ ਹੀ ਤਾਂ ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਸੱਚ ਦੇ ਰਸਤੇ ਚੱਲਣ ਵਾਲਿਆਂ ਨੂੰ ਕਹਿੰਦੇ ਹੈ ਕਿ ਉਹ ਪ੍ਰਮਾਤਮਾ ਆਪ ਉਹਨਾਂ ਦੇ ਹਰ ਕਦਮ ਤੇ ਨਾਲ ਚੱਲਦਾ ਹੈ, ਉਹਨਾਂ ਦੀ ਹੈਲਪ ਕਰਦਾ ਹੈ, ਮਦਦ ਕਰਦਾ ਹੈ। ਸੋ ਤੁਸੀਂ ਵੀ ਇਹ ਕੋਸ਼ਿਸ਼ ਕਰੋ, ਜੇ ਸੈਲਫ ਕੌਨਫੀਡੈਂਸ ਵਧਾਉਣਾ ਚਾਹੁੰਦੇ ਹੋ, ਆਤਮ ਵਿਸ਼ਵਾਸ ਵਧਾਉਣਾ ਚਾਹੁੰਦੇ ਹੋ, ਸ਼ਕਤੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਸੱਚ ਦੇ ਮਾਰਗ ਤੇ ਚੱਲੀਏ ਔਰ ਸੱਚੇ ਨਾਲ ਜੁੜੀਏ। ਸਮਝ ਆ ਗਈ ਕਿ ਨਹੀਂ? ਔਰ ਹੁਣ ਆ ਜਾਈਏ ਕਿ ਜਿੱਦਾਂ ਦੱਸ ਰਹੇ ਸੀ ਕਿ ਜੇ ਉਹਦੀ ਰਹਿਮਤ ਚਾਹੀਦੀ ਹੈ, ਉਹਦੀ ਬਖਸ਼ਿਸ਼ ਚਾਹੀਦੀ ਹੈ, ਤਾਂ ਬਸ ਸੋਚਿਆ ਕਰੋ ਕਿ ਮੈਨੂੰ ਚਾਹੀਦਾ ਕੀ ਹੈ, ਤਾਂ ਕੀ ਮੈਂ ਉਹਦੇ ਵਾਸਤੇ ਕੀਮਤ ਦੇਣ ਨੂੰ ਤਿਆਰ? ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਜਿੱਦਾਂ ਦੀ ਸਾਡੇ ਅੰਦਰ ਪਿਆਸ ਹੋਏਗੀ ਨਾ, ਪਿਆਸਾ ਇਨਸਾਨ ਹਰ ਕੀਮਤ ਦੇਣ ਨੂੰ ਤਿਆਰ ਹੁੰਦਾ ਹੈ। ਇਸ ਲਈ ਸੁਲਤਾਨ ਵਾਹੂ ਦੇ ਅੰਦਰ ਇਦਾਂ ਦੀ ਪਿਆਸ ਸੀ, ਉਹ ਕਹਿੰਦੇ ਜੇ ਸਿਰ ਦਿੱਤਿਆਂ ਰੱਬ ਮਿਲ ਜਾਵੇ ਬਾਹੂ, ਤਾਂ ਉਸ ਮੌਤੋਂ ਕੀ ਡਰਨਾ ਹੋ। ਜੇ ਰੱਬ ਮੈਨੂੰ ਸਿਰ ਦੇ ਕੇ ਵੀ ਮਿਲਦਾ ਹੈ ਤਾਂ ਮੇਰੇ ਅੰਦਰ ਐਸੀ ਤੜਫ ਹੈ ਕਿ ਮੈਂ ਇਹ ਵੀ ਕੀਮਤ ਚੁਕਾਉਣ ਨੂੰ ਤਿਆਰ ਹਾਂ, ਬਸ ਮੈਨੂੰ ਮੇਰਾ ਰੱਬ ਮਿਲ ਜਾਵੇ। ਇਹਨੂੰ ਕਹਿੰਦੇ ਇੱਕ ਇਸ਼ਕ, ਇਹਨੂੰ ਕਹਿੰਦੇ ਇੱਕ ਤੜਫ। ਸੋ ਅਗਰ ਮਾਲਕ ਦੀ ਰਹਿਮਤ ਚਾਹੀਦੀ ਹੈ, ਤੰਦਰੁਸਤੀ ਚਾਹੀਦੀ ਹੈ, ਕਾਮਯਾਬੀ ਚਾਹੀਦੀ ਹੈ, ਤਾਂ ਅੱਜ ਤੋਂ ਬਾਅਦ ਸੋਚੋ ਕਿ ਮੈਨੂੰ ਕੀਮਤ ਚੁਕਾਣੀ ਪਏਗੀ। ਔਰ ਅਗਰ ਮੈਂ ਇੱਜ਼ਤ ਚਾਹੁੰਦਾ ਹਾਂ, ਪਿਆਰ ਚਾਹੁੰਦਾ ਹਾਂ ਕਿ ਦੂਜੇ ਮੇਰੀ ਇੱਜ਼ਤ ਕਰਨ, ਦੂਜੇ ਮੈਨੂੰ ਪਿਆਰ ਕਰਨ, ਤਾਂ ਉਹਦੇ ਵਾਸਤੇ ਵੀ ਕੀਮਤ ਚੁਕਾਣੀ ਪੈਣੀ ਹੈ। ਔਰ ਉਹ ਕਿਹੜੀ ਕੀਮਤ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਦੂਜੇ ਮੇਰੀ ਰਿਸਪੈਕਟ ਕਰਨ, ਦੂਜੇ ਮੇਰੀ ਇੱਜ਼ਤ ਕਰਨ, ਦੂਜੇ ਮੇਰੀ ਪ੍ਰਸ਼ੰਸਾ ਕਰਨ, ਤਾਂ ਉਹਦੇ ਵਾਸਤੇ ਕੀਮਤ ਕੀ ਚੁਕਾਣੀ ਹੈ? ਉਹਦੇ ਵਾਸਤੇ ਕੀਮਤ ਇਹ ਚੁਕਾਣੀ ਹੈ ਕਿ ਤੁਸੀਂ ਦੂਜਿਆਂ ਦੀ ਰਿਸਪੈਕਟ ਕਰੋ, ਦੂਜਿਆਂ ਦੀ ਪ੍ਰਸ਼ੰਸਾ ਕਰੋ, ਦੂਜਿਆਂ ਨਾਲ ਪਿਆਰ ਕਰੋ। ਕਿਉਂਕਿ ਜੋ ਤੁਸੀਂ ਦਿੰਦੇ ਹੋ ਉਹ ਤੁਹਾਨੂੰ ਮਿਲਣਾ ਵੀ ਜ਼ਰੂਰ ਹੈ। ਸਮਝਦੇ ਹੋ ਕਿ ਨਹੀਂ? ਇਹ ਅਜਮਾ ਕੇ ਦੇਖਣਾ ਕਦੀ ਤੁਸੀਂ। ਅੱਜ ਇਨਸਾਨ ਜਿੱਦਾਂ ਕਈ ਵਾਰ ਅਸੀਂ ਦੱਸਦੇ ਪ੍ਰਸ਼ੰਸਾ, ਕਿ ਲੋਕ ਮੇਰੀ ਪ੍ਰਸ਼ੰਸਾ ਕਰਨ, ਲੋਕ ਮੈਨੂੰ ਪਸੰਦ ਕਰਨ, ਲੋਕ ਮੈਨੂੰ ਅੱਛਾ ਕਹਿਣ, ਲੋਕ ਮੇਰੇ ਨਾਲ ਪਿਆਰ ਕਰਨ। ਹੁਣ ਪਿਆਰ ਚਾਹੁੰਦੇ ਤਾਂ ਹਾਂ ਅਸੀਂ, ਪਰ ਮਿਲਦਾ ਉਹਨਾਂ ਨੂੰ ਹੀ ਹੈ ਜਿਹੜੇ ਪਹਿਲਾਂ ਦਿੰਦੇ ਹੈ, ਕਿਉਂਕਿ ਕੀਮਤ ਪਹਿਲਾਂ ਦੇਣੀ ਪੈਂਦੀ ਹੈ, ਮਿਲਦਾ ਬਾਅਦ ਚੋਂ ਹੈ। ਇਹ ਸਮਝ ਲਓ ਕੋਈ ਇਹ ਢਾਬਾ ਨਹੀਂ ਹੈ ਕਿ ਜਿੱਥੇ ਪਹਿਲਾਂ ਖਾਣਾ ਖਾਣਾ ਆ ਤਾਂ ਬਾਅਦ ਚੋਂ ਬਿੱਲ ਚੁਕਾਉਣਾ ਹੈ। ਇਹ ਕੈਫੇਟੇਰੀਆ ਹੈ, ਕੈਫੇ ਹਾਊਸ ਹੈ, ਜਿੱਥੇ ਬਿੱਲ ਪਹਿਲਾਂ ਪੇ ਕਰਨਾ ਪੈਂਦਾ ਤਾਂ ਚੀਜ਼ ਸੈਲਫ ਸਰਵਿਸ ਹੈ, ਆਪ ਚੱਕ ਕੇ ਬਾਅਦ ਚੋਂ ਟੇਬਲ ਤੇ ਬਹਿ ਕੇ ਖਾ ਕੇ ਨਿਕਲ ਜਾਓ। ਇਹ ਇਸੇ ਤਰ੍ਹਾਂ ਹੈ। ਢਾਬੇ ਤੇ ਤਾਂ ਵੇਟਰ ਆਂਦਾ, ਪੁੱਛਦਾ ਹੈ ਹਾਂਜੀ ਕੀ ਚਾਹੀਦਾ ਹੈ। ਸੋ ਇਹ ਜਦੋਂ ਜ਼ਿੰਦਗੀ ਦੀ ਗੱਲ ਆਉਂਦੀ ਹੈ ਨਾ, ਤਾਂ ਇਹ ਸੈਲਫ ਸਰਵਿਸ ਹੈ ਕਿ ਜੋ ਅਸੀਂ ਦੇਵਾਂਗੇ ਕੀਮਤ ਪਹਿਲਾਂ ਦੇਣੀ ਆ, ਬਾਅਦ ਚੋਂ ਉਹ ਲੈ ਕੇ ਅਸੀਂ ਉਹਦਾ ਇੰਜੋਏ ਕਰਨਾ, ਆਨੰਦ ਲੈਣਾ ਹੈ। ਇਸੇ ਤਰ੍ਹਾਂ ਅਸੀਂ ਕੀ ਚਾਹੁੰਦੇ ਹਾਂ ਉਹ ਦੇਣਾ ਸ਼ੁਰੂ ਕਰ ਦਿਓ। ਪਿਆਰ ਚਾਹੁੰਦੇ ਆ, ਦੂਜਿਆਂ ਨੂੰ ਪਿਆਰ ਦੇਵੋ। ਇੱਜ਼ਤ ਚਾਹੁੰਦੇ ਆ, ਦੂਜਿਆਂ ਨੂੰ ਇੱਜ਼ਤ ਦਿਓ। ਰਿਸਪੈਕਟ ਚਾਹੁੰਦੇ ਆ, ਪਹਿਲਾਂ ਦੂਜਿਆਂ ਦੀ ਰਿਸਪੈਕਟ ਕਰੋ। ਪ੍ਰਸ਼ੰਸਾ ਚਾਹੁੰਦੇ ਆ, ਦੂਜਿਆਂ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿਓ। ਔਰ ਇੱਕ ਗੱਲ ਯਾਦ ਰੱਖੋ, ਤੁਸੀਂ ਸਾਰੀ ਦੁਨੀਆ ਨੂੰ ਮਿੱਤਰ ਬਣਾ ਸਕਦੇ ਹੋ ਦੂਜੇ ਦੀ ਪ੍ਰਸ਼ੰਸਾ ਕਰਕੇ, ਤਾਰੀਫ ਕਰਕੇ। ਕਿਉਂਕਿ ਜਿਹਦੀ ਤੁਸੀਂ ਤਾਰੀਫ ਕਰ ਦਿੱਤੀ ਉਹ ਤੁਹਾਡੇ ਨਾਲ ਦੁਸ਼ਮਣੀ ਕਰ ਹੀ ਨਹੀਂ ਸਕਦਾ। ਕਿਉਂਕਿ ਬੰਦੇ ਨੂੰ ਕੀ ਹੁੰਦਾ ਹੈ, ਯਾਰ ਇਹ ਨਾ ਮੇਰੀ ਤਾਰੀਫ ਕੀਤੀ ਹੈ ਤਾਂ ਇਹਨੂੰ ਮੈਂ ਬੁਰਾ ਕਿੱਦਾਂ ਕਵਾਂ ਹੁਣ।
क्योंकि जे हुण मैं इहनूं बुरा किया तो इन्हां मेरी तारीफ की, कल नूं ये भी मेरे वास्ते बुरा बोलेगा। और कोई नहीं चाहता जिहड़ा मेरी तारीफ करने वाला है वह कल नूं मैनूं नफरत करे। इसलिए ऐसी कोई गल कहां कि रमज दस रहे हैं कि जिस बंदे ने भी प्यार वधाना ना, जिस बंदे नूं भी तुसीं अपने वल करना है, चाहे कोई ऑफिसर है, चाहे कोई जज है, वकील है, कोई भी है, जाके पहला तारीफ कर दो, वाह जी वाह तुहाडे कोट किन्ने शानदार, वाह कैबिन बड़ा सोहना तुहाडा, मज़ा आ गया देख के। बड़े वकीलों को गया कैबिन बड़ी जगह देखिया, तुहाडी आ चीज़ बड़ी प्यारी है, स्माइल बड़ी प्यारी तुहाडी। ये कहते प्रशंसा दे पहला चार बोल दिओ, देखो ना वो बंदा तुहाडी है हर तरह नाल मदद करने तैयार होएगा, हर तरह नाल हैल्प करने तैयार होएगा, क्योंकि प्रशंसा दा भुखा हर कोई है। तारीफ हर किसी नूं चाहीदी है, चाहे कोई किते भी बैठ जावे ना, जितनी मर्जी उच्ची पदवी ते बह जावे, हर कोई प्रशंसा चाहता है। और जिहदी प्रशंसा तुसीं एक बार कर दित्ती उहनूं अपने वल कर लिया तुसीं, पर अगले दी प्रशंसा सच्ची लगे, इन्हां नूं लगे कि मक्खण कोई ला रहा मैनूं, उदां ही झूठियां तारीफां नहीं करी जाणियां कि अगले को गड्डी होवे ना तो तुहाडी गड्डी बड़ी सोहनी है, मेरे को तो गड्डी है नहीं, तू एवें तारीफ करी जांदा, समझदे हो कि नहीं। यानी प्रशंसा भी अगले लगे कि सच्ची प्रशंसा है। और ये भी कहांगे कि जो प्रशंसा करनी है तो दिलों करनी है, दिखावे वास्ते नहीं करनी, क्योंकि ये भी पता लग जाता कि बंदा दिखावा कर रहा है या दिलों कर रहा है। स्माइल लैके खुशी नाल करनी है, अगले नूं फील होवे तुहाडी एनर्जी कि दिलों कह रहा है, समझदे हो कि नहीं। और जदों कहो तो अगले वाल देखदियां होया कहो, ये नहीं तुसीं बड़े सोहणे आ जी, बड़े सोहणे आ तुसीं, है ना, तारीफ मेरी कर रहे, देखी छत नूं जा रहे आले दुआले, इहदा की प्रभाव पैना, समझदे हो कि नहीं। कोई भी गल करनी है कॉन्फिडेंस नाल, अगले दी अखां च अखां पा के गल करनी, वाकई तुहाडी आ चीज़ कमाल दी गल है, कमाल दी। अगले लगे प्रशंसा इदां है कि अगला समझे कि वाकई ये गुण मेरे कोल है, तां ही ये किया जा रहा है। हुण अगला होवे झूठा जी, तुसीं तां तुहाडे वर्गा सच्चा बंदा देखिया नहीं, अगला कहे टीचर कर रहा मैनूं, समझदे हो कि नहीं। अगला ये भी कई बार हो जाता है। हुण कोई तुहानूं कहे लै बई तू तां बड़ा ईमानदार बंदा है, मैं ईमानदारी तो किसी ने की नहीं, मैनूं ईमानदार कह रहा, लगता मक्खण ला रहा है। सो पहला थोड़ी जानकारी लैके फिर उस हिसाब नाल करिए। इसी तरह का कहा गया है कि जो अपने रब की भी हमद करते ना, रब की भी प्रशंसा करते, रब भी खुश हो के रहमत के दरवाजे खोल देता कि मेरा प्यारा मेरी सिफत कर रहा है, मेरी हमद कर रहा है, इसलिए इनू मैं कोई कमी नहीं आने देनी। पर की करिए, बंदियां दी तारीफां करते रहते, अपने रब की तारीफ करना भुल जाते हैं, समझते हो कि नहीं। हुण इत्थे आ जाइए फकीर की गल ते, और फिर सत्संग की समाप्ति करिए, और फिर कहांगे जीवन अच्छा चाहते हो, बेहतर चाहते हो तो सोच लो कि बेहतर जिंदगी वास्ते जिद्दां बेहतर चीज़ वास्ते कीमत चुकानी पैंदी है, बेहतर जीवन वास्ते भी मैनू कीमत चुकानी पैनी है, वो वास्ते ही मैनू कदम उठाने पैने हैं, मेहनत करनी पैनी है, रहमतां चाहिदियां तो वो वास्ते भी कीमत चुकानी पैनी है। मैडिटेशन, सत्संग या जो भी इंसान नू हुक्म लगता पूरा करना पैंदा, तो फिर वो रहमतां इंसान की झोली तक पहुँचदियां है। हुण इधर आ जाइए फकीर की गल ते कि राजे ने पूछा महाराज तुहाडी खुशी का राज की है। कहानी याद है कि भुल गए? सानू तो याद है, तुहानू याद है कि नहीं कि जंगल च फकीर बैठे है, रीकैप कर दी थोड़ी सी कि जंगल च फकीर बैठे है, राजा शिकार खेडन आया, देखदा फकीर बड़े शांत है, इस भयानक जंगल अंदर भी निडर होके शांत हो के बैठे है, शांति का राज की है। हुण पुछदा है फकीरां नूं, तां फकीर कहते राजा उहदे वास्ते तैनूं 2 रातां साडे कोल रुकना पएगा, क्योंकि राज मुफ्त च नहीं मिलते, हर चीज़ की कीमत, इत्थों गल दूजे पासे चली गई सी, हुण इत्थे लिआंदी है, समझदे हो कि नहीं कि हर चीज़ की कीमत चुकानी पैंदी है। जे तू राज जानना चाहता तो उसकी कीमत है तैनूं 2 रातां साडे कोल रुकना पएगा, अज दी रात और कल दी रात। दिन नूं बेशक तू चल जाई पर शाम नूं साडे कोल आना पएगा। राजा कहंदा जी ठीक है, जे एडा वड्डा राज 2 रातां जी पता लगता है तो होर मैनूं की चाहिदा है। सो मारे रुकण नूं तैयार हां, अज ही रुक लैंदा है। राजा बड़ा खुश सी कि लै बई फकीरां को एक रात रहना कीमत, यानी एक रात की कीमत में कितना बड़ा राज पता लग जाना कि फकीर जंगल च निडर होकर खुशी नाल किदां बैठे। राजा बड़ा खुश, पर जिद्दों राजे की खुशी देखी तो फकीरां ने कहा पर एक शर्त भी है राजा। राजा कहते शर्त किहड़ी है? शर्त है तेनों कल्ले नूं रुकना पैना, सैनिक सुन के भेज इत्थों, आ जिहड़ी हथियार आ तलवारां तलवूरां भी भेज अपनियां, क्योंकि इत्थे कोई तलवार नहीं, कोई तीर नहीं, कोई हथियार नहीं, कल्ले नूं रुकना पैना साडे कोल, ना कोई सेना ना कोई सैनिक, ये शर्त मंजूर है तो दस। राजा मन च सोचे ये आप तो जंगल च बैठा, मैं राजा
ਇਹ ਭਿਆਨਕ ਜੰਗਲ 'ਚ ਦਿਨ ਦਾ ਟਾਈਮ ਤਾਂ ਫਿਰ ਠੀਕ ਹੈ, ਰਾਤ ਨੂੰ ਨਾ ਕੋਈ ਲਾਈਟ ਹੈ ਨਾ ਕੋਈ ਬੱਤੀ ਹੈ। ਹੁਣ ਜਰਾ ਸੋਚੋ, ਘਰ ਦੇ ਵਿੱਚ ਉਦਾਂ ਹੀ ਹਨੇਰਾ ਹੋਵੇ ਨਾ, ਬੰਦਾ ਆਪਣੇ ਕਮਰੇ 'ਚ ਵੀ ਹੁੰਦਾ ਹੈ, ਪਤਾ ਹੈ ਕਿ ਕਮਰੇ 'ਚ ਕੋਈ ਬੁਰੀ ਚੀਜ਼ ਨਹੀਂ ਆਣੀ, ਪਰ ਉੱਥੇ ਵੀ ਲਾਈਟ ਚਲੀ ਜਾਵੇ ਬੰਦਾ ਘਬਰਾ ਜਾਂਦਾ ਹੈ। ਉਹ ਮੋਮਬੱਤੀ ਜਗਾਓ, ਦੀਵਾ ਜਗਾਓ, ਕੈਂਡਲ ਜਗਾਓ, ਟਾਰਚ ਜਗਾਓ, ਕਿਉਂਕਿ ਟੈਨਸ਼ਨ ਹੋ ਜਾਂਦੀ ਬੰਦੇ ਨੂੰ। ਤਾਂ ਉੱਥੇ ਤਾਂ ਵੀ ਜੰਗਲ ਹੈ, ਹਨੇਰੇ 'ਚ ਪਤਾ ਹੀ ਨਹੀਂ ਕਿੱਥੋਂ ਕੀ ਆ ਗਿਆ। ਰਾਜਾ ਮਨ 'ਚ ਸੋਚੇ ਤਾਂ ਬਹੁਤ ਬੜੀ ਕੀਮਤ ਦੇਣੀ ਪੈਣੀ ਹੈ, ਕਿਤੇ ਰਾਤ ਨੂੰ ਇੱਥੇ ਕੋਈ ਜਾਨਵਰ ਹੀ ਨਾ ਖਾ ਜਾਵੇ ਆ ਕੇ। ਫਕੀਰ ਕਹਿੰਦੇ ਰਾਜਾ ਦੇਖ ਲੈ, ਜੇ ਕੀਮਤ ਦੇਣ ਨੂੰ ਤਿਆਰ ਹੈ ਤਾਂ ਹੁਣ ਰਾਜੇ ਨੂੰ ਵੀ ਸ਼ਰਮ ਜੀ ਆਈ ਕਿ ਪਹਿਲਾਂ ਮੈਂ ਮੰਨ ਗਿਆ, ਹੁਣ ਜੇ ਨਾ ਕਰਦਾ ਤਾਂ ਫਕੀਰ ਨੇ ਸੋਚਣਾ ਰਾਜਾ ਡਰਪੋਕ। ਔਰ ਆਪਣੀ ਇੱਜ਼ਤ ਬੰਦੇ ਨੂੰ ਕਈ ਵਾਰ ਬੰਦਾ ਨਾ ਡਰਦਾ ਤਾਂ ਹੁੰਦਾ ਆ, ਪਰ ਦੂਜੇ ਮੋਰੇ ਨਾ ਬਹਾਦਰ ਬਣ ਗਿਆ, ਨਹੀਂ ਕਰ ਦੂੰ ਮੈਂ, ਪਰ ਅੰਦਰੋਂ ਉਹਦੇ ਸ਼ਰਮ ਆਉਂਦੀ, ਕਿੱਦਾਂ ਕਵਾਂ। ਪਰ ਹੁਣ ਰਾਜਾ ਮੰਨ ਤਾਂ ਗਿਆ ਕਿ ਠੀਕ ਹੈ ਜੀ, ਇੱਕ ਰਾਤ ਦੀ ਗੱਲ ਹੈ, ਕੋਈ ਗੱਲ ਨਹੀਂ। ਫਕੀਰ ਕਹਿੰਦੇ ਇੱਕ ਦੀ ਨਹੀਂ, 2 ਰਾਤਾਂ ਦੀ ਗੱਲ ਹੈ। ਰਾਜਾ ਕਹਿੰਦਾ ਜੀ ਕੋਈ ਨਹੀਂ, ਪਹਿਲੇ ਇੱਕ ਤਾਂ ਕੱਟਾਂ ਮੈਂ। ਸੈਨਿਕਾਂ ਨੂੰ ਕਿਹਾ ਜਾਓ ਵੀ ਤੁਸੀਂ ਅੱਜ ਦੀ ਰਾਤ। ਫਕੀਰਾਂ ਕੋਲ ਤਲਵਾਰ ਵੀ ਦੇ ਦਿੱਤੀ, ਜੋ ਵੀ ਕੋਲ ਸੁਰੱਖਿਆ ਦੇ ਵਾਸਤੇ ਹਥਿਆਰ ਹੁੰਦੇ ਸਾਰੇ ਰਾਜੇ ਨੇ ਦੇ ਦਿੱਤੇ। ਸੈਨਿਕ ਚਲੇ ਗਏ। ਹੁਣ ਜਦੋਂ ਸੈਨਿਕ ਚਲੇ ਗਏ, ਸੈਨਿਕਾਂ ਨੂੰ ਜਾਂਦੇ ਦੇਖ ਕੇ ਰਾਜਾ ਦਿਲ ਕਿ ਮੇਰੇ ਸੁਰੱਖਿਆ ਕਰਮਚਾਰੀ ਜਾ ਰਹੇ ਹੈ। ਵਜ਼ੀਰ ਨੇ ਤੇ ਕਿਹਾ ਵੀ ਮੰਤਰੀ ਨੇ ਕਿ ਮਹਾਰਾਜ ਫਕੀਰ ਕੋਈ ਪਾਗਲ ਲੱਗਦਾ, ਨਾ ਲੱਗੋ ਇਹਦੇ ਪਿੱਛੇ। ਰਾਜਾ ਕਹਿੰਦਾ ਹੁਣ ਇੱਜ਼ਤ ਦਾ ਸਵਾਲ ਹੈ ਭਾਈ, ਤੇ ਜਿੱਦਾਂ ਦਾ ਵੀ ਹੈ ਹੁਣ ਬਚਨ ਕਰ ਲਿਆ, ਪੂਰਾ ਤਾਂ ਕਰਨਾ ਹੀ ਪੈਣਾ ਹੈ। ਸੋ ਸੈਨਿਕ ਚਲੇ ਗਏ, ਵਜ਼ੀਰ ਵੀ ਚਲਾ ਗਿਆ, ਰਾਜਾ ਇਕੱਲਾ ਬੈਠਾ ਹੈ। ਹੁਣ ਜਿੱਦਾਂ ਹਨੇਰਾ ਹੋ ਰਿਹਾ, ਰਾਜਾ ਦਾ ਦਿਲ ਐ ਕਰ ਰਿਹਾ ਹੈ। ਰਾਤ ਹੋਈ, ਫਕੀਰ ਅੰਦਰ ਗਏ, 2 ਚਾਦਰਾਂ ਲਿਆਂਦੀਆਂ ਬਾਹਰ ਹੀ ਵਿਛਾ ਲਈਆਂ। ਉਹ ਰਾਜਾ ਕਹਿੰਦਾ ਇਹ ਕੀ ਕਰ ਰਹੇ ਹੋ? ਫਕੀਰ ਕਹਿੰਦਾ ਜੀ ਬਾਹਰ ਹੀ ਸੋਣਾ ਹੈ। ਰਾਜਾ ਕਹਿੰਦਾ ਬਾਹਰ ਸੋਣਾ, ਕੁੱਲੀ 'ਚ ਨਹੀਂ? ਸੋਚਿਆ ਸੀ ਕੁੱਲੀ ਅੰਦਰ ਜਾ ਕੇ ਕੁੰਡੀ ਲਾ ਲਾਵਾਂਗੇ ਤਾਂ ਖਤਰਾ ਥੋੜਾ ਘੱਟ ਹੋਏਗਾ ਕਿ ਅੰਦਰ ਜਾਨਵਰ ਨਹੀਂ ਆਣਗੇ। ਉਹ ਇੱਥੇ ਹੀ ਸੋਣਾ ਹੈ। ਸੁਣਿਆ ਕਿ ਜੰਗਲੀ ਜਾਨਵਰ ਤਾਂ ਬੰਦੇ ਦੀ ਗੰਧ ਬੋਡੀ ਦੀ ਸਮੈਲ ਨੂੰ ਆ ਕੇ ਬੰਦੇ ਨੂੰ ਖਾ ਲੈਂਦੇ ਆ। ਉਹ ਇੱਥੇ ਜੰਗਲ 'ਚ। ਫਕੀਰ ਕਹਿੰਦੇ ਰਾਜਾ ਫਿਰ ਦੇਖ ਲੈ, ਹੁਣ ਇਹ ਰਾਤ ਸਾਡੇ ਨਾਲ ਕੱਟਣੀ ਤਾਂ ਪੈਣੀ ਹੈ ਤੈਨੂੰ, ਪਰ ਅੱਜ ਬਾਹਰ ਹੀ ਸੋਣਾ। ਹੁਣ ਫਕੀਰਾਂ ਨੂੰ ਨਾ ਵੀ ਨਹੀਂ ਕਰ ਸਕਦਾ, ਚਾਦਰਾਂ ਫਕੀਰਾਂ ਨੇ ਵਿਛਾ ਲਈਆਂ। ਫਕੀਰ ਤਾਂ ਲੰਮੇ ਪਏ, ਪੈਂਦੇ ਸਾਰੀ ਨੀਂਦ ਆ ਗਈ। ਤਾਂ ਰਾਜਾ ਹੁਣ ਲੰਮਾ ਤਾਂ ਪੈ ਗਿਆ, ਪਰ ਨੀਂਦ ਕਿੱਥੋਂ? ਸਾਰੀ ਰਾਤ ਰਾਜੇ ਦੀ ਜਾਗ ਕੇ ਆਲੇ ਦੁਆਲੇ ਦੇਖਦੇ ਦੀ ਗੁਜ਼ਰੀ ਕਿ ਨਾ ਕੋਈ ਤਲਵਾਰ ਹੈ, ਨਾ ਕੋਈ ਤੀਰ ਹੈ, ਕੋਈ ਜਾਨਵਰ ਆ ਜਾਵੇ ਤਾਂ ਕੀ ਕਰਾਂਗੇ। ਪਰ ਚਲੋ ਕੋਈ ਨਹੀਂ, ਪੇਟ ਤੇ ਚੜ ਜਾਓ, ਕੁਛ ਤਾਂ ਬਚਾਅ ਹੋਏਗਾ। ਪਰ ਜੇ ਸੁੱਤਾ ਹੋਇਆ ਤਾਂ ਸੁੱਤੇ ਆ ਕੇ ਕਿਸੇ ਨੇ ਧੋਣੇ ਮੂੰਹ 'ਚ ਪਾ ਲਈ, ਸ਼ੇਰ ਨੇ ਆ ਕੇ ਉੱਦਾਂ ਹੀ ਖਾ ਲਿਆ, ਫਿਰ ਤਾਂ ਮੌਕਾ ਹੀ ਨਹੀਂ ਮਿਲਣਾ। ਸੋ ਸਾਰੀ ਰਾਤ ਰਾਜਾ ਸੌ ਨਹੀਂ ਪਾਇਆ। ਤੁਸੀਂ ਆਪ ਸੋਚੋ, ਜੇ ਤੁਸੀਂ ਹੁੰਦੇ ਸੋ ਜਾਣਾ ਸੀ, ਤੁਸੀਂ ਕਿੱਥੇ ਸੋਣਾ ਹੈ? ਕਿੱਥੇ ਚੈਨ ਆਉਂਦੀ ਹੈ? ਬੰਦਾ ਬੇਚੈਨ ਜਿਹਾ, ਰਾਜਾ ਸਾਰੀ ਰਾਤ ਬੇਚੈਨ। ਇੱਥੇ ਜੇ ਪੁਰਾਣੀ ਸਮੇਂ 'ਚ ਨਾ ਜਿਹੜਾ ਗਰਮੀਆਂ ਹੁੰਦੀਆਂ, ਖਬਰ ਉਹ ਪੁਰਾਣੇ ਪਿੰਡ 'ਚ ਕਾਲੇ ਕੱਛੇ ਵਾਲੇ ਆ ਗਏ ਤਾਂ ਬੰਦੇ ਨੂੰ ਇੱਥੇ ਨੀਂਦ ਨਹੀਂ ਆਉਂਦੀ, ਆਪਣੀ ਨੀਂਦ ਉੱਡ ਜਾਂਦੀ ਬੰਦੇ ਨੂੰ ਕਿ ਗੁਆਂਢ ਵਿੱਚ ਆ ਹਾਦਸਾ ਹੋ ਗਿਆ। ਫਿਰ ਉਹ ਤਾਂ ਜੰਗਲ ਸੀ, ਕਿੱਥੇ ਰਾਜੇ ਨੂੰ ਨੀਂਦ? ਸਾਰੀ ਰਾਤ ਰਾਜਾ ਜਾਗਦਾ ਰਿਹਾ। ਸਵੇਰ ਨੂੰ ਫਕੀਰ ਜਦੋਂ ਅੰਮ੍ਰਿਤ ਵੇਲੇ ਉੱਠੇ, ਅੱਖਾਂ ਖੋਲੀਆਂ, ਮੁਸਕਰਾਉਂਦੇ ਹੋਏ ਦੇਖਿਆ ਤਾਂ ਰਾਜਾ ਇਦਾਂ ਬੈਠਾ ਕਰਕੇ ਬੈਠਾ, ਦੇਖ ਰਿਹਾ ਆਲੇ ਦੁਆਲੇ। ਫਕੀਰ ਕਹਿੰਦੇ ਰਾਜਾ ਤੂੰ ਬੈਠਾ ਹੀ ਹੈ, ਸੁੱਤਾ ਨਹੀਂ? ਕਹਿੰਦਾ ਮਹਾਰਾਜ ਕਿਉਂ ਮਜ਼ਾਕ ਕਰਦੇ ਹੋ? ਆ ਰਾਤ ਬੜੀ ਔਖੀ ਕੱਟੀ ਹੈ, ਸਭ ਤੋਂ ਮੇਰੀ ਜ਼ਿੰਦਗੀ ਦੀ ਸਭ ਤੋਂ ਲੰਬੀ ਰਾਤ ਸੀ। ਨਹੀਂ ਤਾਂ ਮਹਿਲ ਦੇ ਵਿੱਚ ਤਾਂ ਸੌਂਦੇ ਹੀ ਸਵੇਰ ਹੋ ਜਾਂਦੀ ਸੀ, ਪਰ ਇੱਥੇ ਰਾਤ ਮੁੱਕਦੀ ਨਹੀਂ ਸੀ। ਸੁੱਤਾ ਨਹੀਂ ਮਹਾਰਾਜ, ਇੱਕ ਪਲ ਵੀ ਨੀਂਦ ਨਹੀਂ ਹੈ, ਅੱਖਾਂ ਨਹੀਂ ਬੰਦ ਹੋਈਆਂ, ਡਰ ਇੰਨਾ। ਫਕੀਰ ਕਹਿੰਦੇ ਅੱਛਾ ਚੱਲ ਕੋਈ ਨਹੀਂ, ਇੱਕ ਰਾਤ ਤਾਂ ਨਿਕਲ ਗਈ, ਹੁਣ ਸ਼ਾਮ ਨੂੰ ਫੇਰ ਆਣਾ ਹੈ ਤੂੰ। ਰਾਜਾ ਕਹਿੰਦਾ ਹੁਣ ਤਾਂ ਮਹਾਰਾਜ ਜਾਣ ਦਿਓ, ਪਹਿਲਾਂ ਜਾ ਕੇ ਨੀਂਦ ਪੂਰੀ ਕਰਾਂ। ਜਦ ਨੂੰ ਸਵੇਰੇ ਰਾਜੇ ਦੇ ਸੈਨਿਕ ਵਾਪਸ ਆ ਗਏ, ਕਿਉਂਕਿ ਫਕੀਰ ਨੇ ਕਹਿੰਦੇ ਦਿਨ ਨੂੰ ਚਲਾ ਜਾਈ, ਸ਼ਾਮ ਨੂੰ ਫੇਰ ਆ ਜਾਈ। ਰਾਜਾ ਕਹਿੰਦਾ ਰਾਜ ਤਾਂ ਦੱਸੋ, ਹੁਣ ਰਾਤ ਜਗਾ ਲਿਆ, ਰਾਜ ਦੱਸਿਆ ਨਹੀਂ। ਫਕੀਰ ਕਹਿੰਦੇ ਆਹ ਰਾਤ ਜਿਹੜੀ ਰੁਕਣੀ ਹੈ ਨਾ, ਇਹ 'ਚ ਰਾਜ ਦੱਸਣਾ, ਕਿਉਂਕਿ ਆਹ ਜਿਹੜੀ ਹੁਣ ਰਾਤ ਆਣੀ ਹੈ ਇਹਦੇ 'ਚ ਰਾਜ ਦੱਸਾਂਗੇ। ਰਾਜਾ ਕਹਿੰਦਾ ਜੀ ਠੀਕ ਹੈ। ਫਿਰ ਆਇਆ ਮੁੜ ਕੇ ਮੈਂ, ਇੱਧਰ ਵਜ਼ੀਰਾਂ ਨੇ ਪੁੱਛਿਆ ਮਹਾਰਾਜ ਰਾਤ ਕਿੱਦਾਂ ਦੀ ਗੁਜ਼ਰੀ? ਕਹਿੰਦਾ ਰਾਤ ਨਾ ਪੁੱਛੋ, ਇੱਕ ਪਲ ਵੀ ਸੁੱਤਾ ਨਹੀਂ, ਹੁਣ ਜਾ ਕੇ ਸਭ ਤੋਂ ਪਹਿਲਾਂ ਨੀਂਦ ਪੂਰੀ ਕਰਨੀ ਹੈ। ਰਾਜਾ ਗਿਆ ਮਹਿਲ 'ਚ, ਖਾ ਪੀ ਕੇ ਸੌਂ ਗਿਆ। ਸ਼ਾਮ ਹੋਈ, ਫਿਰ ਫਕੀਰਾਂ ਕੋਲ ਪਹੁੰਚ ਗਿਆ। ਜਦੋਂ ਪਹੁੰਚਿਆ, वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।